सो सिर्फ हिंदुस्तान पूरे चो नहीं, इतने अज 30 डॉक्टर घट्टो घट्ट फॉरन कंट्री चो भी आए हैं। सो डॉक्टर रवि महाजन जो कि प्रेजिडेंट ने साडे एसोसीएशन के, मैं उन्होंने बहुत बहुत बधाई दिना और आस करदा कि जिहड़े नਵੇਂ नਵੇਂ डॉक्टर्स आ रहे हैं वो सीखणगे इस प्रोफैशन नूं। इस कॉन्फ्रेंस ਦੇ ਵਿੱਚ ਅਸੀਂ 19 ਸਪੀਕਰਸ ਜਿਹੜੇ ਆ ਇੰਟਰਨੈਸ਼ਨਲ ਸਪੀਕਰ ਸੀ, ਜਿਨ੍ਹਾਂ ਚੋਂ 12 ਸਪੀਕਰ ਜਿਹੜੇ ਆ ਉਹ ਫਿਜ਼ੀਕਲੀ ਪ੍ਰੈਜ਼ੈਂਟ ਸੀ ਤੇ 7 ਸਪੀਕਰ ਜਿਹੜੇ ਉਹ ਆਨਲਾਈਨ ਸੀਗੇ। ਸੋ ਜੇ ਇਹੋ ਜਿਹੀਆਂ ਕਾਨਫਰੰਸਿਸ ਤੁਹਾਡੇ ਸ਼ਹਿਰ 'ਚ ਆਈ ਜਾਣ ਐਂਡ ਇਮੈਜਿਨ ਉਹ ਇੱਕ ਤੇ ਤੁਹਾਡੇ ਮਰੀਜ਼ਾਂ ਨੂੰ ਫਾਇਦਾ ਹੋਣਾ, ਇੱਕ ਤੁਹਾਡੇ ਡਾਕਟਰਸ ਨੂੰ ਫਾਇਦਾ ਹੋਣਾ, ਉਹਨਾਂ ਦੇ ਸਕਿੱਲਸ ਅਪਗ੍ਰੇਡ ਹੋਣੇ, ਉਹਦੇ ਨਾਲ ਨਾਲ ਤੁਹਾਡੀ ਬਾਕੀ ਇੰਡਸਟਰੀ ਨੂੰ ਵੀ ਜਿਹੜਾ ਨਾ ਉਹ ਬਹੁਤ ਫਾਇਦਾ ਹੁੰਦਾ। ਅਮਨਦੀਪ ਹਸਪਤਾਲ ਦੇ ਪਲਾਸਟਿਕ ਸਰਜਰੀ ਵਿਭਾਗ ਵੱਲੋਂ ਇੱਕ ਐਪਸੀਕੌਨ ਜਿਹੜੀ ਕਾਨਫਰੰਸ ਕਰਵਾਈ ਜਾ ਰਹੀ ਹੈ ਅੰਮ੍ਰਿਤਸਰ ਦੇ ਵਿੱਚ। ਇਹ ਬੜੀ ਵੱਡੀ ਕਾਨਫਰੰਸ ਹੈ ਜਿਹਦੇ 'ਚ ਦੇਸ਼ ਵਿਦੇਸ਼ 'ਚੋਂ ਕਰੀਬ 800 ਜਿਹੜੇ ਆ ਉਹ ਡਾਕਟਰ ਹਿੱਸਾ ਲੈ ਰਹੇ ਨੇ। ਲੋਕਲ ਬਾਡੀ ਮਿਨਿਸਟਰ ਨੇ ਪੰਜਾਬ ਦੇ ਡਾਕਟਰ ਇੰਦਰਬੀਰ ਸਿੰਘ ਨਿੱਜਰ, ਪਹਿਲੇ ਡਾਕਟਰ ਸੀਗੇ, ਲੰਬੇ ਸਮੇਂ ਤੱਕ ਇਹਨਾਂ ਨੇ ਵੀ ਡਾਕਟਰ ਜਗਤ ਦੀਆਂ ਸੇਵਾ ਦਿੱਤੀਆਂ, ਹੁਣ ਲੇਕਿਨ ਇਹ ਸਰਕਾਰ 'ਚ ਲੋਕਾਂ ਦੀ ਸੇਵਾ ਕਰ ਰਹੇ ਨੇ। ਡਾਕਟਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਭ ਨੂੰ ਜੀ। ਡਾਕਟਰ ਸਾਹਿਬ ਅੱਜ ਐਪਸੀਕੌਨ 'ਚ ਤੁਸੀਂ ਦੇਖੋ ਆਏ ਹੋ, ਐਵੇਂ ਦੀਆਂ ਕਾਨਫਰੰਸਿਸ ਦਾ ਖਾਸ ਕਰਕੇ ਯੁਵਾ ਨੂੰ ਬਹੁਤ ਫਾਇਦਾ ਹੁੰਦਾ, ਕੀ ਕਹਿਣਾ ਤੁਹਾਡਾ? ਬਿਲਕੁਲ ਠੀਕ ਗੱਲ ਹੈ ਜੀ, ਕਿਉਂਕਿ ਜੇ ਦੇਖੀਏ ਅਸੀਂ ਜਿਸ ਤਰ੍ਹਾਂ ਸਾਡੇ ਪੁਰਾਣੇ ਜ਼ਮਾਨੇ 'ਚ ਆਪਾਂ ਕਹਿੰਦੇ ਕਿ ਪਹਿਲੇ ਜਿਹੜੇ ਸਰਜਨ ਫਿਜ਼ੀਸ਼ੀਅਨ ਸੀਗੇ ਉਹ ਹਿੰਦੁਸਤਾਨੀ ਸੀਗੇ, ਸੁਸ਼ਰੂਤਾ ਸੀਗੇ ਔਰ 3000 ਸਾਲ ਪੁਰਾਣੀ ਗੱਲ ਕਰ ਰਹੇ ਹਾਂ, ਲੇਕਿਨ 3000 ਸਾਲ 'ਚ ਫਿਰ ਅਸੀਂ ਪਿੱਛੇ ਕੋ ਪੈ ਗਏ। ਉਹਦਾ ਕਾਰਨ ਸੀ ਅਸੀਂ ਸ਼ੇਅਰ ਨਹੀਂ ਸੀ ਕਰਦੇ ਨੌਲੇਜ, ਅਤੇ ਹੁਣ ਜਿਹੜਾ ਟਾਈਮ ਆ ਗਿਆ ਨੌਲੇਜ ਸ਼ੇਅਰ ਕਰਨ ਦਾ ਟਾਈਮ ਆ ਗਿਆ। ਔਰ ਮੈਂ ਡਾਕਟਰ ਰਵੀ ਮਹਾਜਨ ਨੂੰ ਬਹੁਤ ਵਧਾਈ ਦਿੰਦਾ ਕਿ ਜਿੰਨਾ ਇਹਨਾਂ ਸਿੱਖਿਆ ਹੈ, ਜਿੰਨਾ ਇਹਨਾਂ ਦੇ ਹੋਰ ਜਿਹੜੇ ਸੀਨੀਅਰ ਡਾਕਟਰਸ ਉਹਨਾਂ ਜਿੰਨਾ ਸਿੱਖਿਆ ਹੈ ਉਹ ਲੋਕਾਂ 'ਚ ਬੱਚਿਆਂ ਜੂਨੀਅਰ ਸ਼ੇਅਰ ਕਰਦੇ ਆ, ਉਹਦੇ ਨਾਲ ਫਿਰ ਵਧਾਵਾ ਹੁੰਦਾ, ਵਾਧਾ ਹੁੰਦਾ ਹੈ ਐਜੂਕੇਸ਼ਨ 'ਚ ਔਰ ਲੋਕਾਂ ਨੂੰ ਇਸ ਗੱਲ ਦਾ ਵੱਧ ਤੋਂ ਵੱਧ ਫਾਇਦਾ ਹੁੰਦਾ। ਸੋ ਸਿਰਫ ਹਿੰਦੁਸਤਾਨ ਪੂਰੇ 'ਚੋਂ ਨਹੀਂ, ਇੱਥੇ ਅੱਜ 30 ਡਾਕਟਰ ਘੱਟੋ ਘੱਟ ਫੋਰਨ ਕੰਟਰੀ 'ਚੋਂ ਵੀ ਆਏ ਨੇ। ਸੋ ਡਾਕਟਰ ਰਵੀ ਮਹਾਜਨ ਜੋ ਕਿ ਪ੍ਰੈਜ਼ੀਡੈਂਟ ਨੇ ਸਾਡੇ ਐਸੋਸੀਏਸ਼ਨ ਦੇ, ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਆਸ ਕਰਦਾ ਕਿ ਜਿਹੜੇ ਨਵੇਂ ਡਾਕਟਰਸ ਆ ਰਹੇ ਨੇ ਉਹ ਸਿੱਖਣਗੇ ਇਸ ਪ੍ਰੋਫੈਸ਼ਨ ਨੂੰ। ਅੰਮ੍ਰਿਤਸਰ ਵਿੱਚ ਖਾਸ ਤੌਰ 'ਤੇ ਡਾਕਟਰ ਰਵੀ ਮਹਾਜਨ ਨੇ ਪਹਿਲ ਲਈ ਸੀ ਇੱਥੇ, ਔਰ ਜਿਹੜੇ ਕੱਟੇ ਅੰਗ ਨੇ ਜੋੜਨ ਦੀ ਸ਼ੁਰੂਆਤ ਇਹਨਾਂ ਕੀਤੀ ਸੀਗੀ ਮਾਈਕਰੋਵੈਸਕੂਲਰ ਸਰਜਰੀ ਦੇ ਨਾਲ। ਔਰ ਪਹਿਲਾਂ ਜੋ ਪਲਾਸਟਿਕ ਸਰਜਰੀ ਸੋਚਦੇ ਸੀ ਇਹੀ ਹੁੰਦਾ ਸੀਗਾ ਕਿ ਜੇ ਕਿਤੇ ਮਾਸ ਲੱਗ ਜਾਏ ਤੈਨੂੰ ਜੋੜ ਦਿਓ, ਉਹ ਜੀ ਗੱਲਾਂ ਚੱਲਦੀਆਂ ਸੀ, ਲੇਕਿਨ ਹੁਣ ਤਾਂ ਬਹੁਤ ਐਡਵਾਂਸ ਕਰ ਗਿਆ ਸਾਰਾ। ਸੋ ਜਿਹੜਾ ਕਲੈਫਟ ਲਿਪ ਹੈ, ਜਿਸ ਤਰ੍ਹਾਂ ਤਾਲੂ ਕੱਟਿਆ ਹੁੰਦਾ, ਨੱਕ ਕੱਟਿਆ ਹੁੰਦਾ, ਉਹਨੂੰ ਬੜਾ ਜੋੜਦੇ ਰਹੇ ਨੇ ਬੜੇ ਨੋਮੀਨਲ ਚਾਰਜਸ ਜੋੜਦੇ ਨੇ। ਸੋ ਬਹੁਤ ਇਹਨਾਂ ਨੂੰ ਵਧਾਈ ਹੋਵੇ ਇਸ ਗੱਲ ਦੀ ਵੀ, ਡਾਕਟਰ ਅਵਤਾਰ ਨੂੰ ਬਹੁਤ ਵਧਾਈ ਹੋਵੇ ਜਿਨ੍ਹਾਂ ਨੇ ਉਦਮ ਕਰਕੇ ਤੇ ਇਹਨਾਂ ਨੂੰ ਸਾਡੇ ਕੋਲ ਅੰਮ੍ਰਿਤਸਰ 'ਚ ਲੈ ਕੇ ਆਂਦਾ ਸੀਗਾ। ਡਾਕਟਰ ਸਾਹਿਬ ਸਰਕਾਰ ਵੀ ਮੈਡੀਕਲ ਕਾਲਜ ਖੋਲ੍ਹਣ ਜਾ ਰਹੀ ਹੈ ਵੀ ਦੇਖੋ, ਉਹ ਕਿੱਥੇ ਤੱਕ ਅਜੇ ਗੱਲਬਾਤ ਪਹੁੰਚੀ ਹੈ? ਅਸੀਂ ਜਿਹੜੇ ਟੀਚਰਸ ਵਗੈਰਾ ਨੇ ਉਹਨਾਂ ਨੂੰ ਅਸੀਂ ਉਹਨਾਂ ਦੇ ਐਡਵਰਟਾਈਜ਼ ਕਰਤਾ, ਸੋ ਉਹ ਲੈਣੇ ਸ਼ੁਰੂ ਕਰਤੇ ਉਹਨਾਂ, ਇਸ ਕਰਕੇ ਗੱਲ ਠੀਕ ਚੱਲ ਪਈ, ਅੱਛੀ ਚੱਲ ਪਏਗੀ, ਜਲਦੀ ਖੋਲ੍ਹ ਦਾਂਗੇ ਜਦੋਂ ਨਵਾਂ ਖੋਲ੍ਹ ਰਹੇ ਸੰਗਰੂਰ ਵਾਲਾ। ਡੇਂਗੂ ਦਾ ਬੜਾ ਪ੍ਰਕੋਪ ਹੈ ਸ਼ਹਿਰ 'ਚ। ਡੇਂਗੂ ਵਿੱਚ ਪਤਾ ਗੱਲ ਕੀ, ਦੇਖੋ ਕਈ ਸੋਸ਼ਲ ਪ੍ਰੋਬਲਮਸ ਹੈਗੀਆਂ ਨੇ। ਹੁਣ ਅਸੀਂ ਫੋਗਿੰਗ ਦੀ ਗੱਲ ਕਰਦੇ ਹਾਂ, ਫੋਗਿੰਗ ਤੇ ਬਾਰ ਕਰਦੀ, ਲੇਕਿਨ ਮੱਛਰ ਦੇ ਘਰ ਦੇ ਅੰਦਰ ਹੁੰਦਾ। ਸੋ ਅਸੀਂ ਸਪਰੇਅ ਨਹੀਂ ਕਰਾਂਗੇ ਜਦੋਂ ਤੱਕ ਅਸੀਂ ਪੌਟਸ ਖਾਲੀ ਨਹੀਂ ਕਰਾਂਗੇ, ਪੈਨਸ ਖਾਲੀ ਨਹੀਂ ਕਰਾਂਗੇ, ਆਪਣੇ ਜਿਹੜੇ ਭਾਂਡੇ ਵਗੈਰਾ ਹੈ। ਮੈਂ ਕੱਲ੍ਹ ਪੜ੍ਹ ਰਿਹਾ ਸੀਗਾ ਕਿ 700 ਤੋਂ ਉੱਪਰ ਚਲਾਨ ਕੀਤੇ ਗਏ ਨੇ। ਸੋ ਲੋਕਾਂ ਦੇ ਘਰਾਂ 'ਚ ਲਾਰਵਾ ਪਲ ਰਿਹਾ, ਲਾਰਵਾ ਕੋ ਬਾਹਰ ਥੋੜ੍ਹੀ ਪਲ ਰਿਹਾ ਹੁੰਦਾ। ਸੋ ਸਾਨੂੰ ਸਭ ਨੂੰ ਜਦੋਂ ਤੱਕ ਸੋਚਦੀ ਆਪਾਂ ਅਵੇਅਰ ਨਹੀਂ ਨਾ ਹੋਵਾਂਗੇ, ਚਾਹੇ ਕੁੱਤੇ ਦੀ ਪ੍ਰੋਬਲਮ ਲੈ ਲਓ, ਚਾਹੇ ਉਹ ਕਬੂਤਰਾਂ ਦੀ ਪ੍ਰੋਬਲਮ ਲੈ ਲਓ, ਚਾਹੇ ਡੇਂਗੂ ਦੀ ਪ੍ਰੋਬਲਮ ਲੈ ਲਓ, ਉਦੋਂ ਤੱਕ ਗਵਰਨਮੈਂਟ ਘੱਟ ਹੈਲਪ ਕਰ ਸਕਦੀਆਂ। ਸੋ ਸਾਨੂੰ ਆਪਣੇ ਬਾਰੇ ਅਵੇਅਰ ਹੋਣਾ ਚਾਹੀਦਾ, ਅਵੇਅਰਨੈਸ ਜ਼ਰੂਰ ਚਾਹੀਦੀ ਹੈ ਜੀ। ਡਾਕਟਰ ਸਾਹਿਬ ਤੁਸੀਂ ਲੰਬਾ ਸਮਾਂ ਸੇਵਾ ਦਿੱਤੀਆਂ ਅੰਮ੍ਰਿਤਸਰ ਨੂੰ, ਹੈਲਥ 'ਚ ਕਿਆ ਚੀਜ਼ਾਂ ਜਿਹੜੀਆਂ ਸਰਕਾਰ, ਦੇਖੋ ਪਹਿਲੇ ਤਾਂ ਤੁਸੀਂ ਕਿਸੇ ਕੋਲ ਲੈ ਕੇ ਜਾਂਦੇ ਸੀ ਆਪਣੀ ਪ੍ਰੋਬਲਮ, ਹੁਣ ਤੁਸੀਂ ਆਪ ਸਰਕਾਰ 'ਚ ਬੈਠੇ ਹੋ, ਵੀ ਕਿਹੜੀ ਚੀਜ਼ ਹੈ ਐਸੀ ਜਿਹੜੀ ਪੰਜਾਬ ਦੇ ਲੋਕਾਂ ਨੂੰ ਜਾਂ ਅੰਮ੍ਰਿਤਸਰ ਦੇ ਲੋਕਾਂ ਨੂੰ ਉਹਦਾ ਫਾਇਦਾ ਮਿਲ ਸਕੇ? ਹੈਲਥ 'ਚ ਸਰਕਾਰ ਨੂੰ ਕਿਆ ਸੁਝਾਅ ਦਿਓਗੇ ਤੁਸੀਂ? ਦੇਖੋ ਮੈਂ ਤਾਂ ਇਸ ਯਾਦ ਆਵਾਂਗਾ ਕਿ ਜਿਹੜਾ ਟੈਰਸ਼ਰੀ ਕੇਅਰ ਸੈਂਟਰ ਸਾਡਾ ਬੜਾ ਸੋਹਣਾ ਹੈਗਾ, ਮੈਡੀਕਲ ਕਾਲਜ ਹੈਗਾ, ਉਹਨੂੰ ਪੂਰਾ ਅਸੀਂ ਸਸਟੇਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਉੱਥੇ ਦਵਾਈਆਂ ਵੱਧ ਤੋਂ ਵੱਧ ਪਾਈਏ। ਔਰ ਦੂਜੀ ਇਹ ਗੱਲ ਹੈ ਜਿਹੜੀ ਬੇਸਿਕ ਹੈਲਥ ਕੇਅਰ ਹੈ ਉਹ ਜ਼ਰੂਰ ਦਈਏ ਲੋਕਾਂ ਨੂੰ। ਖੰਘ ਜ਼ੁਕਾਮ, ਡੇਂਗੂ ਹੈ, ਡੇਂਗੂ 'ਚ ਕੋਈ ਸਪੋਰਟਿਵ ਸਿਸਟਮ ਹੀ ਚਾਹੀਦੇ ਹੁੰਦੇ ਨੇ, ਹੈ ਨਾ, ਲੇਕਿਨ ਜੇ ਅਸੀਂ ਉਹ ਵੀ ਨਹੀਂ ਦੇ ਖੰਘ ਜ਼ੁਕਾਮ ਦੀ ਦਵਾਈਆਂ ਨਹੀਂ ਦੇ ਸਕਦੇ ਫਿਰ ਅਸੀਂ ਫੇਲ ਹੋ ਜਾਵਾਂਗੇ। ਸੋ ਇਸ ਬਾਰੇ ਸਾਡਾ ਧਿਆਨ ਚੱਲਿਆ ਹੋਇਆ, ਜਿਹੜੇ ਅਸੀਂ ਮੁਹੱਲਾ ਕਲੀਨਿਕ ਬਣਾ ਲਏ ਨੇ, ਅਸੀਂ ਹੁਣ ਹੋਰ 1000 ਦੇ ਲਾਗੇ ਮੁਹੱਲਾ ਕਲੀਨਿਕ ਬਣਾਉਣ ਜਾ ਰਹੇ ਹਾਂ। ਸੋ ਜਲਦੀ ਦੇ ਦਾਂਗੇ ਤੁਹਾਨੂੰ ਇਹ ਸਾਰਾ ਕੁਝ। ਉਹਦੇ ਨਾਲ ਲੋਕਾਂ ਦੀਆਂ ਘੱਟੋ ਘੱਟ ਨਿੱਕੀ ਪ੍ਰੋਬਲਮਸ ਦੀਆਂ ਲੋਕਾਂ ਦੀ ਸੇਵਿੰਗ ਵੀ ਹੋਏਗੀ। ਜਿਵੇਂ ਬੱਤੀ ਦਾ ਬਿੱਲ ਜਿਹੜਾ 1000-1500 ਆਉਂਦਾ ਸੀ ਲੋਕਾਂ ਦਾ ਮਹੀਨੇ ਦਾ, 2000 ਆਉਂਦਾ ਸੀ, ਉਹ ਆਉਣਾ ਬੰਦ ਹੋ ਗਿਆ। ਸੋ ਉਹ ਸੇਵਿੰਗ ਹੈ, ਇਹ ਪੈਸੇ ਮਾਰਕੀਟ 'ਚ ਆਉਣਗੇ, ਮਾਰਕੀਟ ਚੱਲੇਗੀ ਸਾਡੀ। ਇਹ ਸਾਡੀ ਪਾਲਿਸੀਆਂ ਬਹੁਤ ਚੰਗੀਆਂ ਦੋਵੇਂ। ਡਾਕਟਰ ਸਾਹਿਬ ਤੁਸੀਂ ਕੁਝ ਹੋਰ ਪੰਜਾਬ ਦੇ ਲੋਕਾਂ ਨੂੰ ਕੁਝ ਮੈਸੇਜ ਦੇਣਾ ਚਾਹੋ? ਵੈਸੇ ਗੱਲਾਂ ਤਾਂ ਬਹੁਤ ਨੇ, ਹੋਰ ਵੀ ਕਰਨ ਵਾਲੀਆਂ, ਅੱਜ ਮੈਂ ਕੋਸ਼ਿਸ਼ ਕਰਾਂਗਾ ਵੀ ਡਾਕਟਰ ਦੇ ਪ੍ਰੋਫੈਸ਼ਨ ਦੇ ਨਾਲ ਰਿਲੇਟਿਡ ਤੁਹਾਡੇ ਨਾਲ ਗੱਲਾਂ ਕਰਾਂ ਜੀ। ਮੈਂ ਤਾਂ ਬਸ ਇਹ ਕਹਿਣਾ ਜੀ, ਸਿਹਤ ਦਾ ਧਿਆਨ ਰੱਖੀਏ ਸਾਰੇ, ਆਪਣਾ ਪਾਣੀ ਖਾਲੀ ਰੱਖੀਏ ਔਰ ਨਾ ਇਕੱਠੇ ਹੋਣ ਦੇਈਏ। ਟੈਂਕੀਆਂ ਦੇ ਕਿਹੜੇ ਢੱਕਣ ਨਹੀਂ ਹੁੰਦੇ, ਉੱਥੇ ਮੱਛਰ ਪਲ ਰਿਹਾ ਹੁੰਦਾ। ਸੋ ਨਿੱਕੀ ਸਮੱਸਿਆਵਾਂ ਜਿਹੜੀ ਅਸੀਂ ਅਵੇਅਰ ਨਹੀਂ ਹੁੰਦੇ, ਆਪਣੇ ਘਰ ਦਾ ਚੱਕਰ ਲਗਾਈਏ, ਜਿੱਥੇ ਵੀ ਪਾਣੀ ਕਿਤੇ ਖੜਾ ਉਹਨੂੰ ਡੋਲ ਦੇਈਏ।
ਔਰ ਜੇ ਕਿਤੇ ਪਾਣੀ ਬਾਹਰ ਲਾਗੇ ਖੜਾ ਹੈ ਤੇ ਉਹਦੇ 'ਚ ਆਪਾਂ ਥੋੜ੍ਹਾ ਤੇਲ ਪਾ ਦਈਏ, ਡੀਜ਼ਲ ਪਾ ਦਈਏ, ਕੋਈ ਕਾਲਾ ਤੇਲ ਪਾ ਦਈਏ ਤਾਂ ਕਿ ਉਹ ਜਿਹੜਾ ਲਾਰਵਾ ਉਹ ਸਾਹ ਨਾ ਲੈ ਸਕੇ। ਲਾਅ ਐਂਡ ਆਰਡਰ ਨੂੰ ਲੈ ਕੇ ਥੋੜੀ ਜਿਹੀ ਕਿਉਸ ਹੈ, ਬਹੁਤ ਲੋਕ ਡਰੇ ਹੈ ਬਹੁਤ ਪੰਜਾਬ ਦੇ। ਲਾਅ ਐਂਡ ਆਰਡਰ ਦੇਖੋ ਰਾਤੋਂ ਰਾਤ ਨਾ ਤਾਂ ਖਰਾਬ ਹੁੰਦਾ ਨਾ ਰਾਤੋਂ ਰਾਤ ਠੀਕ ਹੁੰਦਾ, ਪਰ ਜਿਹੜਾ ਵੀ ਕੇਸ ਅਸੀਂ ਫੜਿਆ ਉਹਨੂੰ ਲੌਜੀਕਲ ਕੰਕਲੂਜਨ ਤੱਕ ਲੈ ਗਏ ਹਾਂ। ਹੁਣ ਉਹ ਜਿਹੜੀ ਆ ਫਾਇਰਿੰਗ ਹੋਈ ਸੀਗੀ ਇਹਦੇ 'ਚ ਪੈਲੇਸ ਵਿੱਚ, ਮੈਰਿਜ ਪੈਲੇਸ ਫੈਸਟਨ ਪਹਿਲੇ ਵਿੱਚ, ਤਾਂ ਉੱਥੇ ਵੀ ਹੁਣ 15 ਬੰਦੇ ਅਰੈਸਟ ਹੋ ਗਏ ਨੇ ਔਰ ਉਹਨਾਂ ਨੂੰ ਪੁਲਿਸ ਨੂੰ ਫ੍ਰੀ ਹੈਂਡ ਦਿੱਤਾ ਹੋਇਆ ਕਿ ਤੁਸੀਂ ਕੋਈ ਪੋਲੀਟੀਕਲ ਪ੍ਰੈਸ਼ਰ ਵਿੱਚ ਨਹੀਂ ਆਉਣਾ, ਕਿਸੇ ਪ੍ਰੈਸ਼ਰ 'ਚ ਨਹੀਂ ਆਉਣਾ, ਜੋ ਨਿਆਂ ਹੈ ਉਹ ਨਿਆਂ ਦਿਓ। ਔਰ ਮੈਂ ਉਹਨਾਂ ਨੂੰ ਪਰਸਨਲੀ ਮਿਲਿਆ ਵੀ ਹਾਂ ਜਿਹੜੇ ਆਪਣੇ ਕਵਰ ਰੰਧਾਵਾ ਨੇ ਜਿਹਨਾਂ ਸਾਰਾ ਆਰਗੇਨਾਈਜ਼ ਕੀਤਾ ਸੀਗਾ, ਔਰ ਸੈਟਿਸਫਾਈਡ ਨੇ, ਕਹਿੰਦੇ ਫੁੱਲੀ ਸੈਟਿਸਫਾਈਡ, ਕਹਿੰਦੇ ਪਹਿਲਾਂ ਨਹੀਂ ਸੀ ਸੈਟਿਸਫਾਈਡ, ਹੁਣ ਮੈਂ ਸੈਟਿਸਫਾਈਡ ਹਾਂ ਬਿਕੋਜ਼ ਪੁਲਿਸ ਸਾਨੂੰ ਪੂਰਾ ਸਪੋਰਟ ਕਰ ਰਹੀ ਹੈ। ਸੋ ਸਾਡੀ ਪੂਰੀ ਕੋਸ਼ਿਸ਼ ਹੈ। ਹੁਣ ਸੂਰੀ ਸਾਹਿਬ ਦਾ ਅਨਫੋਰਚੂਨੇਟ ਮਰਡਰ ਹੋਇਆ, ਉਹ ਵੀ ਚਲੋ ਔਨ ਦਾ ਸਪੌਟ ਪਕੜੇ ਗਏ ਨੇ। ਹੁਣ ਅੱਜ ਇੱਕ ਹੋਰ ਮਰਡਰ ਹੋਇਆ, ਉਹ ਵੀ ਸੀ ਵਾਟ ਹੈਪਨਸ ਇਜ਼ ਜਦੋਂ ਕੋਈ ਬੰਦਾ ਪਲਾਨ ਕਰ ਰਿਹਾ ਕਿਸ ਨੂੰ ਮਾਰਨਾ, ਉਹਨੂੰ ਪ੍ਰੋਟੈਕਸ਼ਨ ਕਰਨੀ ਔਖੀ ਹੋ ਜਾਂਦੀ ਆ। ਸੂਰੀ ਸਾਹਿਬ ਲਾਗੇ ਉਹ ਤੋਂ ਕਿੰਨੇ ਬੈਠੇ ਹੋਏ ਸੀ ਬੰਦੇ ਦੇ ਪਰ 15-20, ਪਰ ਲੋਨ ਵੋਲਫ ਜਦੋਂ ਆ ਜਾਏ ਤੇ ਬੰਦਾ ਸੋਚ ਹੀ ਲੈ ਕੇ ਮੈਂ ਕਿਸ ਨੂੰ ਮਾਰਨਾ, ਫਿਰ ਉਹਦਾ ਕੋਈ ਹੱਲ ਨਹੀਂ ਹੁੰਦਾ ਕਿਸੇ ਕੋਲ। ਚਲੋ ਇਹ ਸਨ ਡਾਕਟਰ ਮਹਿੰਦਰ ਸਿੰਘ ਨੇਜਰ, ਲੋਕਲ ਬਾਡੀ ਮਿਨਿਸਟਰ। ਸਾਡੇ ਨਾਲ ਨੇ ਡਾਕਟਰ ਰਵੀ ਮਹਾਜਨ ਜਿਹੜੇ ਕਿ ਇਸ ਵੇਲੇ ਪਲਾਸਟਿਕ ਸਰਜਨ ਆਫ ਇੰਡੀਆ ਦੇ ਪ੍ਰੈਜ਼ੀਡੈਂਟ ਨੇ, ਤੇ ਇਹਨਾਂ ਨੂੰ ਇਹ ਸ਼੍ਰੇ ਜਾਂਦਾ ਹੈ ਕਿ ਐਪਸੀਕੌਨ ਅੰਮ੍ਰਿਤਸਰ 'ਚ ਇਹਨਾਂ ਨੇ ਕਰਾਈ। ਤੁਹਾਨੂੰ ਦੱਸ ਦਈਏ ਅਮਨਦੀਪ ਹਸਪੀਟਲ ਦੇ ਪਲਾਸਟਿਕ ਸਰਜਰੀ ਵਿਭਾਗ ਦੇ ਹੈੱਡ ਵੀ ਨੇ। ਡਾਕਟਰ ਸਾਹਿਬ ਨਮਸਕਾਰ ਜੀ, ਪਹਿਲੇ ਤਾਂ ਤੁਹਾਨੂੰ ਮੁਬਾਰਕਾਂ, ਤੁਸੀਂ ਅੱਜ ਬਹੁਤ ਐਪਸੀਕੌਨ ਕਾਨਫਰੰਸ ਕਰਵਾਈ ਹੈ, ਇਹਦੇ ਬਾਰੇ ਥੋੜਾ ਦੱਸਣਾ ਬਰੀਫ। ਚਲੋ ਥੈਂਕ ਯੂ ਸੋ ਮਚ। ਦੇਖੋ ਇਹ ਹਰ ਸਾਲ ਪਲਾਸਟਿਕ ਸਰਜਨਸ ਦੀ ਇੱਕ ਐਸੋਸੀਏਸ਼ਨ ਹੈ, ਉਹਦੀ ਕਾਨਫਰੰਸ ਹੁੰਦੀ ਹੈ। ਉਹਦਾ ਜਿਹੜਾ ਮੇਨ ਪਰਪਸ ਇਹ ਹੁੰਦਾ ਹੈ ਵੀ ਸਾਰੇ ਪਲਾਸਟਿਕ ਸਰਜਨ ਜਿਹੜੇ ਕੰਟਰੀ ਦੇ ਇਕੱਠੇ ਹੋ ਕੇ ਤੇ ਉਹਦੇ 'ਚ ਵਿਚਾਰ ਵਟਾਂਦਰਾ ਕਰਦੇ ਹੈ ਕਿ ਨਵੀਆਂ ਟੈਕਨੀਕਸ ਦੇ ਬਾਰੇ ਵੀ ਅਸੀਂ ਕਿਸ ਤਰ੍ਹਾਂ ਜਿਹੜੀਆਂ ਮੈਂ ਡਿਫਰੈਂਟ ਪ੍ਰੋਬਲਮਸ ਜਿਹੜੀਆਂ ਹੁੰਦੀਆਂ ਪਲਾਸਟਿਕ ਸਰਜਰੀ ਦੀਆਂ, ਉਹਨਾਂ ਦੇ ਵਿੱਚ ਆਪਣੇ ਮਰੀਜ਼ਾਂ ਨੂੰ ਬੈਟਰ ਟਰੀਟਮੈਂਟ ਜਿਹੜਾ ਉਹ ਦੇ ਸਕਦੇ ਹਾਂ, ਬੈਟਰ ਜਿਹੜੀਆਂ ਉਹ ਰਿਫਾਈਨਮੈਂਟਸ ਸਰਜਰੀਜ਼ ਦੇ ਵਿੱਚ ਕਰ ਸਕਦੇ ਹਾਂ। ਸੋ ਉਹਦੇ ਵਾਸਤੇ ਇਸ ਤਰ੍ਹਾਂ ਹੈ ਵੀ ਇਹਦੇ 'ਚ ਜਦੋਂ ਵੀ ਇਹ ਕਾਨਫਰੰਸ ਹੁੰਦੀ ਹੈ ਉਹਦੇ 'ਚ ਇੰਟਰਨੈਸ਼ਨਲ ਫੈਕਲਟੀ ਬੁਲਾਈ ਜਾਂਦੀ ਹੈ। ਜਿਸ ਤਰ੍ਹਾਂ ਕਿ ਇਸ ਕਾਨਫਰੰਸ ਦੇ ਵਿੱਚ ਅਸੀਂ 19 ਸਪੀਕਰਸ ਜਿਹੜੇ ਆ ਉਹ ਇੰਟਰਨੈਸ਼ਨਲ ਸਪੀਕਰ ਸੀ, ਜਿਨ੍ਹਾਂ 'ਚੋਂ 12 ਸਪੀਕਰ ਜਿਹੜੇ ਹੈ ਉਹ ਫਿਜ਼ੀਕਲੀ ਪ੍ਰੈਜ਼ੈਂਟ ਸੀ ਤੇ 7 ਸਪੀਕਰ ਜਿਹੜੇ ਉਹ ਆਨਲਾਈਨ ਸੀਗੇ। ਉਸ ਤੋਂ ਇਲਾਵਾ ਕੋਈ 150 ਦੇ ਕਰੀਬ ਜਿਹੜੇ ਨੈਸ਼ਨਲ ਫੈਕਲਟੀ ਹੈ ਉਹ ਸੀ। ਸੋ ਉਹਦਾ ਮਕਸਦ ਇਹ ਹੁੰਦਾ ਹੈ ਵੀ ਅਸੀਂ ਜਦੋਂ ਸੁਣਦੇ ਹਾਂ ਐਕਸਪਰਟਸ ਨੂੰ ਇਸ ਫੀਲਡ ਦੇ ਵਿੱਚ, ਖਾਸ ਕਰ ਜਿਹੜੇ ਸਾਡੇ ਟ੍ਰੇਨੀ ਪਲਾਸਟਿਕ ਸਰਜਨਸ ਹੁੰਦੇ ਹੈ, ਤੇ ਉਹਨਾਂ ਦੀ ਜਿਹੜੀ ਐਕਸਪਰਟੀਜ਼ ਹੈ ਉਹ ਇੰਪਰੂਵ ਹੁੰਦੀ ਹੈ, ਉਹ ਨਵੀਆਂ ਚੀਜ਼ਾਂ ਸਿੱਖਦੇ ਹੈ ਤੇ ਉਹ ਫਿਰ ਉਹਦਾ ਫਾਇਦਾ ਮਰੀਜ਼ਾਂ ਨੂੰ ਹੁੰਦਾ ਹੈ ਅਲਟੀਮੇਟਲੀ। ਸੋ ਇਹ ਸਾਰੀ ਕਾਨਫਰੰਸ ਦਾ ਅਲਟੀਮੇਟ ਬੈਨੀਫਿਟ ਜਿਹੜਾ ਹੈ ਉਹ ਮਰੀਜ਼ਾਂ ਨੂੰ ਜਾਂਦਾ ਹੈ। ਡਾਕਟਰ ਸਾਹਿਬ ਮੈਨੂੰ ਯਾਦ ਹੈ ਕਰੀਬ 20 ਸਾਲ ਪਹਿਲੇ ਤੁਸੀਂ ਸ਼ਾਇਦ ਅੰਮ੍ਰਿਤਸਰ 'ਚ ਆਏ ਸੀਗੇ। ਤੁਸੀਂ ਮੇਰਾ ਖਿਆਲ ਇੱਕ ਕਲਫ ਪੈਲੇਟ ਲਿਪ ਕੈਂਪੇਨ ਵੀ ਚਲਾਉਂਦੇ ਹੋ ਤੇ ਕਰੀਬ 7 ਤੋਂ 8 ਹਜ਼ਾਰ ਮਰੀਜ਼ਾਂ ਦੇ ਅਗਰ ਕਿਹਾ ਜਾਏ ਕਿ ਉਹਨਾਂ ਦੇ ਚਿਹਰੇ ਦੀ ਮੁਸਕਾਨ ਲੁਟਾ ਚੁੱਕੇ ਹੋ, ਵਾਪਸ ਲਿਆਏ ਹੋ। ਉਦੋਂ ਸਰ ਨਵੀਂ ਗੱਲ ਸੀ ਵੀ ਕਿ ਕਿਸੇ ਦਾ ਹੱਥ ਵੱਢਿਆ ਜਾਏ ਜਾਂ ਕੋਈ ਅੰਗ ਕੱਟ ਜਾਏ ਤੇ ਉਹਨੂੰ ਜੋੜਨਾ। ਉਦੋਂ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਸਫ਼ਰ ਹੈ ਕਿੰਨਾ ਚੇਂਜਸ ਆਇਆ? ਦੇਖੋ ਜਿੱਥੋਂ ਤੱਕ ਕਲੈਫਟ ਲਿਪ ਪੈਲੇਟ ਦਾ ਤਾਲੁਕ ਹੈ, ਜਦੋਂ ਅਸੀਂ 2004 ਦੇ ਵਿੱਚ ਸਮਾਈਲ ਟ੍ਰੇਨ ਦੇ ਨਾਲ ਮਿਲ ਕੇ ਫ੍ਰੀ ਸਰਜਰੀਜ਼ ਜਿਹੜੀਆਂ ਉਹ ਸ਼ੁਰੂ ਕੀਤੀਆਂ ਸੀ, ਤੇ ਉਦੋਂ ਸਾਡੇ ਕੋਲ ਜਿਹੜੇ ਮਰੀਜ਼ ਆਉਂਦੇ ਹੁੰਦੇ ਸੀ ਉਦੋਂ ਬਹੁਤ ਏਜ ਦੇ ਆਉਂਦੇ ਸੀ। ਅਸੀਂ 50 ਸਾਲ ਦੇ, 60 ਸਾਲ ਦੇ, ਜਿਨ੍ਹਾਂ ਨੇ ਜ਼ਿੰਦਗੀ ਇਸ ਤਰ੍ਹਾਂ ਹੀ ਗੁਜ਼ਾਰ ਦਿੱਤੀ ਕਿਉਂਕਿ ਉਹਨਾਂ ਦੀ ਕਿਸੇ ਵਜ੍ਹਾ ਨਾਲ ਕਹਿ ਲਓ, ਕੋਈ ਪਾਵਰਟੀ ਦੀ ਵਜ੍ਹਾ ਦੇ ਨਾਲ ਜਾਂ ਫੈਸਿਲਿਟੀਜ਼ ਅਵੇਲੇਬਲ ਨਾ ਹੋਣ ਕਰਕੇ ਸਰਜਰੀਜ਼ ਨਹੀਂ, ਲੈਕ ਆਫ ਨੌਲੇਜ ਕਰਕੇ ਸਰਜਰੀ ਨਹੀਂ ਹੋ ਸਕੀ, ਤੇ ਉਹ ਆਉਂਦੇ ਸੀ। ਲੇਕਿਨ ਹੁਣ ਪਿਛਲੇ ਜਦੋਂ ਆਲਮੋਸਟ 18 ਸਾਲਾਂ ਤੋਂ ਅਸੀਂ ਇਹ ਸਰਜਰੀਜ਼ ਕਰ ਰਹੇ ਹਾਂ, ਤੇ ਮੈਂ ਦੇਖ ਰਿਹਾ ਵੀ ਹੁਣ ਅਵੇਅਰਨੈਸ ਲੋਕਾਂ ਦੇ ਵਿੱਚ ਵਧੀ ਹੈ, ਤੇ ਸਾਨੂੰ ਛੋਟੇ ਬੱਚੇ ਜਿਹੜੇ ਹੈ 3 ਸਾਲ ਦੀ ਉਮਰ, 4 ਸਾਲ ਦੀ ਉਮਰ 'ਚ ਜਾਂ ਪੈਦਾ ਹੁੰਦੇ ਹੀ ਹੁਣ ਆਉਂਦੇ ਆ। ਸੋ ਲੋਕਾਂ ਦੇ ਵਿੱਚ ਅਵੇਅਰਨੈਸ ਜਿਹੜੀ ਹੈ ਉਹ ਪਹਿਲੇ ਨਾਲੋਂ ਵੱਧ ਗਈ ਹੈ। ਔਰ ਦੂਸਰਾ ਮੈਂ ਇਹ ਦੱਸਣਾ ਚਾਹਾਂਗਾ ਕਿ ਸਮਾਈਲ ਟ੍ਰੇਨ ਜਿਹੜੀ ਆਰਗੇਨਾਈਜੇਸ਼ਨ US ਬੇਸਡ ਚੈਰੀਟੇਬਲ ਆਰਗੇਨਾਈਜੇਸ਼ਨ ਹੈ, ਉਹਨੇ ਇਹਦੇ 'ਚ ਬੜਾ ਇੰਪੋਰਟੈਂਟ ਰੋਲ ਪਲੇ ਕੀਤਾ ਹੈ ਕਿਉਂਕਿ ਇਹ ਸਰਜਰੀਜ਼ ਫ੍ਰੀ ਆਫ ਕਾਸਟ ਹੁੰਦੀਆਂ। ਉਹਨਾਂ ਨੂੰ ਜਿਹੜੇ ਬਹੁਤ ਗਰੀਬ ਪਰਿਵਾਰਾਂ ਤੋਂ ਹੁੰਦੇ ਆ, ਉਹਨਾਂ ਨੂੰ ਆਉਣ ਜਾਣ ਦਾ ਖਰਚਾ ਵੀ ਦਿੱਤਾ ਜਾਂਦਾ ਹੈ, ਉਹਨਾਂ ਦਾ ਕੋਈ ਕਿਸੇ ਤਰ੍ਹਾਂ ਦਾ ਦਵਾਈਆਂ ਦਾ ਖਰਚਾ ਨਹੀਂ ਹੁੰਦਾ, ਉਹਨਾਂ ਦਾ ਬਾਕੀ ਟਰੀਟਮੈਂਟ ਜਿਹੜਾ ਦੰਦਾਂ ਦਾ ਟਰੀਟਮੈਂਟ, ਸਪੀਚ ਥੈਰੇਪੀ, ਉਹ ਸਾਰਾ ਫ੍ਰੀ ਕੀਤਾ ਜਾਂਦਾ ਹੈ। ਸਰ ਗੱਲ ਕੱਟੇ ਅੰਗਾਂ ਦੀ ਗੱਲ ਕਰੀਏ ਵੀ ਵੇਖੋ 20 ਸਾਲ ਪਹਿਲੇ ਸੀ ਲੋਕਾਂ ਲਈ ਬੜੀ ਵੱਡੀ ਨਵੀਂ ਚੀਜ਼ ਸੀਗੀ ਵੀ ਕੋਈ ਅੰਗ ਕੱਟ ਜਾਏ ਤੇ ਉਹ ਜੋੜਿਆ ਵੀ ਜਾ ਸਕਦਾ, ਤੇ ਹੁਣ ਕਿਆ ਬਦਲਾਅ ਆਇਆ ਤੇ ਨਾਲ ਦੀ ਨਾਲ ਕੋਈ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਤੇ ਲੋਕਾਂ ਨੂੰ ਕਿਆ ਮੈਸੇਜ ਦੇਣਾ ਚਾਹੁੰਦੇ ਹੋ?
ਦੇਖੋ ਬਦਲਾਵ ਇਹ ਹੈ ਵੀ ਪਹਿਲੇ ਲੋਕਾਂ ਨੂੰ ਇਹਦੇ ਬਾਰੇ ਅਵੇਅਰਨੈਸ ਨਹੀਂ ਸੀਗੀ ਤੇ ਹੁਣ ਜਿਹੜੀ ਹੈ ਅਸੀਂ ਪਿਛਲੇ ਸਾਲਾਂ 'ਚ ਇਹ ਕੰਮ ਕਰਕੇ ਬਹੁਤ ਅਵੇਅਰਨੈਸ ਲੋਕਾਂ ਦੇ ਵਿੱਚ ਕ੍ਰੀਏਟ ਕੀਤੀ ਹੈ ਤੇ ਲੋਕਾਂ ਨੂੰ ਇਸ ਚੀਜ਼ ਦੀ ਨੌਲੇਜ ਹੋ ਗਈ ਹੈ ਕਿ ਕੱਟਿਆ ਹੋਇਆ ਅੰਗ ਜਿਹੜਾ ਹੈ ਉਹ ਜੋੜਿਆ ਵੀ ਜਾ ਸਕਦਾ ਹੈ। ਸੋ ਉਹਦੀ ਪ੍ਰੀਜ਼ਰਵੇਸ਼ਨ ਜਿਹੜੀ ਹੈ ਉਹ ਹਜੇ ਵੀ ਮੈਂ ਸਮਝਦਾ ਕਿ ਉਹਦੀ ਫਰਦਰ ਅਵੇਅਰਨੈਸ ਦੀ ਲੋੜ ਹੈਗੀ ਹੈ ਵੀ ਉਹ ਪਾਰਟ ਨੂੰ ਕਿਸ ਤਰ੍ਹਾਂ ਪ੍ਰੀਜ਼ਰਵ ਕਰਕੇ ਤੇ ਤੁਸੀਂ ਇਹੋ ਜਿਹੇ ਸੈਂਟਰ 'ਚ ਲੈ ਕੇ ਜਾਣਾ ਜਿੱਥੇ ਕਿ ਉਹਨੂੰ ਜੋੜਿਆ ਜਾ ਸਕੇ, ਮਾਈਕਰੋ ਸਰਜਰੀ ਕੀਤੀ ਜਾ ਸਕੇ। ਤੋ ਉਹਦਾ ਮੈਂ ਤੁਹਾਡੇ ਥਰੂ ਲੋਕਾਂ ਨੂੰ ਫਿਰ ਇੱਕ ਵਾਰੀ ਇਹ ਕਨਵੇ ਕਰਨਾ ਚਾਹਾਂਗਾ ਕਿ ਜੇ ਕੋਈ ਅੰਗ ਕੱਟਿਆ ਜਾਂਦਾ ਹੈ ਤੇ ਉਹਨੂੰ ਇੱਕ ਪੋਲੀਥੀਨ ਦੇ ਲਿਫਾਫੇ 'ਚ ਪਾ ਕੇ ਗੰਢ ਮਾਰ ਕੇ ਤੇ ਇਹੋ ਜਿਹੇ ਬਰਤਨ 'ਚ ਰੱਖਿਆ ਜਾਵੇ ਜਿਹਦੇ 'ਚ ਬਰਫ਼ ਹੋਵੇ। ਸੋ ਜਿਹੜੀ ਇੰਪੋਰਟੈਂਟ ਚੀਜ਼ ਹੈ ਉਹ ਇਹ ਹੈ ਵੀ ਜਿਹੜਾ ਕੱਟਿਆ ਹੋਇਆ ਅੰਗ ਹੈ ਉਹ ਡਾਇਰੈਕਟ ਜਿਹੜਾ ਕਿਸੇ ਵੀ ਲਿਕੁਇਡ, ਕੋਈ ਪਾਣੀ ਜਾਂ ਕਿਸੇ ਤਰ੍ਹਾਂ ਦੇ ਵੀ ਲਿਕੁਇਡ ਦੇ ਕੰਟੈਕਟ 'ਚ ਨਹੀਂ ਆਉਣਾ ਚਾਹੀਦਾ। ਉਹਨੂੰ ਕਿਸੇ ਲਿਕੁਇਡ 'ਚ ਡੁਬੋਣਾ ਨਹੀਂ ਹੈ, ਉਹਨੂੰ ਪਹਿਲੇ ਲਿਫਾਫੇ 'ਚ ਪਾਉਣਾ ਹੈ, ਗੰਢ ਮਾਰਨੀ ਹੈ ਤੇ ਫਿਰ ਉਹਨੂੰ ਬਰਫ਼ 'ਚ ਰੱਖਣਾ ਹੈ। ਈਵਨ ਸਿੱਧਾ ਵੀ ਬਰਫ਼ 'ਚ ਨਹੀਂ ਰੱਖਣਾ ਤੇ ਉਹਦੇ ਨਾਲ ਪਾਰਟ ਜਿਹੜਾ ਉਹ ਡੈਮੇਜ ਹੋ ਜਾਂਦਾ ਹੈ। ਔਰ ਉਸ ਤੋਂ ਬਾਅਦ ਜਿੰਨਾ ਜਲਦੀ ਤੋਂ ਜਲਦੀ ਹੋ ਸਕੇ ਉਹ ਪਾਰਟ ਜਿਹੜਾ ਹੈ ਮਰੀਜ਼ ਤੇ ਉਹ ਪਾਰਟ ਜਿਹੜਾ ਉਹ ਇਹੋ ਜਿਹੇ ਸੈਂਟਰ 'ਤੇ ਜਾਇਆ ਜਾਏ ਜਿੱਥੇ ਇਸ ਤਰ੍ਹਾਂ ਦੀਆਂ ਸਰਜਰੀਜ਼ ਜਿਹੜੀਆਂ ਅਵੇਲੇਬਲ ਹੈ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ 20 ਸਾਲਾਂ ਤੋਂ ਇਹ ਫੈਸਿਲਿਟੀ ਜਿਹੜੀ ਹੈ ਅਮਨਦੀਪ ਹਸਪਤਾਲ ਦੇ ਵਿੱਚ ਅਵੇਲੇਬਲ ਹੈ ਔਰ ਉਹਦੇ ਲਈ ਅਸੀਂ ਇੱਕ ਪੂਰੀ ਟੀਮ ਹੈ। ਦੇਖੋ ਇੱਦਾਂ ਦੀਆਂ ਸਰਜਰੀਜ਼ ਜਿਹੜੀਆਂ ਹੈ ਉਹਨਾਂ ਦੀ ਸਰਵਿਸਿਜ਼ ਤੁਹਾਨੂੰ ਅਵੇਲੇਬਲ ਕਰਾਉਣੀਆਂ ਪੈਂਦੀਆਂ 24/7 × 365। ਉਹ ਇਹੋ ਜਿਹੇ ਸੈਂਟਰ 'ਚ ਪੋਸੀਬਲ ਨਹੀਂ ਹੈ ਜਿੱਥੇ ਇੱਕ ਬੰਦਾ ਹੋਵੇ ਜਾਂ ਇੱਕ ਸਰਜਨ ਹੋਵੇ। ਸੋ ਇਸ ਚੀਜ਼ ਨੂੰ ਮੱਦੇਨਜ਼ਰ 'ਚ ਰੱਖਦੇ ਹੋਏ ਅਸੀਂ ਜਿਹੜੀ ਹੈ ਇੱਕ ਬਹੁਤ ਵੱਡੀ ਟੀਮ ਤਿਆਰ ਕੀਤੀ ਹੋਈ ਹੈ ਅਮਨਦੀਪ ਹਸਪਤਾਲ ਦੇ ਵਿੱਚ, ਤਾਂ ਕਿ ਜੇ ਇਹ ਨਹੀਂ ਹੈ ਵੀ ਕੋਈ ਇੱਕ ਬੰਦਾ ਛੁੱਟੀ 'ਤੇ ਚਲਾ ਗਿਆ ਤੇ ਉਹ ਤੁਹਾਡੀਆਂ ਸਰਵਿਸਿਜ਼ ਜਿਹੜੀਆਂ ਇਫੈਕਟ ਹੋ ਜਾਣ। ਸੋ ਇਹ ਚੀਜ਼ ਵੀ ਬਹੁਤ ਇੰਪੋਰਟੈਂਟ ਹੈ। ਸੋ ਇਸ ਕਰਕੇ ਟੀਮ ਵਰਕ ਹੈ ਔਰ ਟੀਮ ਹੋਣਾ ਬਹੁਤ ਜ਼ਰੂਰੀ ਹੈ ਇਸ ਤਰ੍ਹਾਂ ਦੇ ਕੰਮ ਵਾਸਤੇ। ਹਰ ਸਾਲ ਇੱਕ ਤੁਹਾਡਾ ਜਦੋਂ ਵੀ ਕਾਨਫਰੰਸ ਹੁੰਦੀ ਇੱਕ ਥੀਮ ਲਿਆ ਜਾਂਦਾ ਹੈ। ਇਸ ਸਾਲ ਤੁਹਾਡਾ ਕੀ ਥੀਮ ਲਿਆ ਹੈ ਪਲਾਸਟਿਕ ਸਰਜਨਸ ਆਫ ਸੁਸਾਇਟੀ ਜਿਹੜੀ ਇੰਡੀਆ ਦੀ ਹੈ? ਅਸੀਂ ਇਸ ਵਾਰੀ ਜਿਹੜੀ ਕਾਨਫਰੰਸ ਕੀਤੀ ਹੈ ਉਹਦਾ ਥੀਮ ਸੀਗਾ ਸਕੇਲਿੰਗ ਨਿਊ ਹਾਈਟਸ ਤੇ ਉਹਦਾ ਮਕਸਦ ਇਹ ਸੀ ਵੀ ਜਿੰਨੇ ਵੀ ਪਲਾਸਟਿਕ ਸਰਜਨ ਹੈ ਵੀ ਦੇ ਸ਼ੁੱਡ ਸਕੇਲ ਨਿਊ ਹਾਈਟਸ ਇਨ ਦਾ ਸੈਂਸ ਕਿ ਜਿਹੜੀਆਂ ਚੀਜ਼ਾਂ ਹੁਣ ਤੱਕ ਅਸੀਂ ਨਹੀਂ ਕਰ ਪਾ ਰਹੇ ਸੀਗੇ ਕਿਸੇ ਵਜ੍ਹਾ ਨਾਲ ਤੇ ਉਹ ਵੀ ਕੀਤੀਆਂ ਜਾਣ ਜਾਂ ਨਵੀਆਂ ਚੀਜ਼ਾਂ ਸਿੱਖੀਆਂ ਜਾਣ ਤਾਂ ਕਿ ਅਸੀਂ ਆਪਣੀ ਪੇਸ਼ੈਂਟ ਕੇਅਰ ਦੇ ਵਿੱਚ ਐਜ਼ ਫਾਰ ਐਜ਼ ਪਲਾਸਟਿਕ ਸਰਜਰੀ ਇਜ਼ ਕੰਸਰਨਡ ਆਪਣੀ ਇੱਕ ਨਿਊ ਹਾਈਟਸ ਜਿਹੜੀਆਂ ਉਹ ਅਚੀਵ ਕਰ ਸਕੀਏ। ਸੋ ਇਹ ਥੀਮ ਲੈ ਕੇ ਅਸੀਂ ਚੱਲੇ ਸੀ। ਅੱਛਾ ਦੇਖੋ ਪ੍ਰਾਈਵੇਟ ਸੈਕਟਰ ਬਹੁਤ ਅੱਛਾ ਕੰਮ ਕਰ ਰਿਹਾ ਹੈ। ਦੇਖੋ ਜੇ ਪ੍ਰਾਈਵੇਟ ਸੈਕਟਰ ਨਾ ਹੋਏ ਤੇ ਹੈਲਥ ਸਰਵਿਸਿਜ਼ ਸੰਭਾਲੀਆਂ ਨਹੀਂ ਜਾ ਸਕਦੀਆਂ। ਕਿਆ ਸਰਕਾਰਾਂ ਕੋਲੋਂ ਕਿਆ ਉਮੀਦ ਕਰਦੇ ਹੋ? ਦੇਖੋ ਐਜ਼ ਪ੍ਰੈਜ਼ੀਡੈਂਟ ਆਫ ਦੀ ਐਸੋਸੀਏਸ਼ਨ ਆਫ ਪਲਾਸਟਿਕ ਸਰਜਨਸ ਆਫ ਇੰਡੀਆ ਮੈਂ ਇੱਕ ਚੀਜ਼ ਜਿਹੜੀ ਹੈ ਆਪਣੀ ਸਰਕਾਰ ਨੂੰ ਇਹ ਦੱਸਣਾ ਚਾਹਾਂਗਾ ਵੀ ਸਰਕਾਰੀ ਹਸਪਤਾਲਾਂ ਦੇ ਵਿੱਚ ਕੁਝ ਬਹੁਤ ਥੋੜ੍ਹੇ ਹਸਪੀਟਲ ਛੱਡ ਕੇ ਜਿਹੜੀਆਂ ਪਲਾਸਟਿਕ ਸਰਜਰੀ ਸਰਵਿਸਿਜ਼ ਹੈ ਉਹ ਬਹੁਤ ਹੀ ਇਨਐਡਿਕੁਏਟ ਹੈ ਔਰ ਉਹ ਸਰਵਿਸਿਜ਼ ਨੂੰ ਇੰਪਰੂਵ ਕਰਨ ਦੀ ਬਹੁਤ ਜ਼ਰੂਰਤ ਹੈ। ਤੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿਆਂਗਾ ਅੰਮ੍ਰਿਤਸਰ ਮੈਡੀਕਲ ਕਾਲਜ ਦਾ। ਅੰਮ੍ਰਿਤਸਰ ਮੈਡੀਕਲ ਕਾਲਜ ਦੇ ਵਿੱਚ 78 ਦੇ ਵਿੱਚ ਮੈਂ ਜਦੋਂ ਐਜ਼ ਅ ਸਟੂਡੈਂਟ MBBS ਜੁਆਇਨ ਕੀਤੀ ਸੀ ਤੇ ਉਦੋਂ ਵੀ ਪਲਾਸਟਿਕ ਸਰਜਰੀ ਡਿਪਾਰਟਮੈਂਟ ਦੇ ਵਿੱਚ ਇੱਕ ਪੋਸਟ ਹੁੰਦੀ ਸੀ, ਡਾਕਟਰ ਪੁਰੀ ਹੁੰਦੇ ਸੀ ਔਰ ਅੱਜ ਵੀ ਇੱਕੋ ਹੀ ਪੋਸਟ ਚੱਲ ਰਹੀ ਹੈ। ਤੁਸੀਂ ਦੇਖੋ ਵੀ ਹਾਊ ਇਜ਼ ਇਟ ਪੋਸੀਬਲ ਕਿ ਇੱਕ ਬੰਦਾ ਜਿਹੜਾ ਹੈ ਉਹ ਤੁਹਾਨੂੰ 24/7 × 365 ਸਰਵਿਸਿਜ਼ ਜਿਹੜੀਆਂ ਉਹ ਦੇ ਸਕੇ, ਕਿਉਂਕਿ ਪਲਾਸਟਿਕ ਸਰਜਰੀ ਦਾ ਰੋਲ ਜਿਹੜਾ ਹੈ ਨਾ ਉਹ ਕੋਈ ਇਕੱਲਾ ਕਾਸਮੈਟਿਕ ਸਰਜਰੀ ਦਾ ਨਹੀਂ ਹੈਗਾ। ਉਹ ਖਾਸ ਕਰ ਜਿਹੜਾ ਹੈ ਉਹਨਾਂ ਦਾ ਬਹੁਤ ਇੰਪੋਰਟੈਂਟ ਰੋਲ ਜਿਹੜਾ ਹੈ ਐਕਸੀਡੈਂਟ ਕੇਸਿਸ ਦੇ ਵਿੱਚ, ਜਿਸ ਤਰ੍ਹਾਂ ਕਿ ਮੈਂ ਦੱਸਿਆ ਵੀ ਕੱਟਿਆ ਜਾਂਦਾ ਅੰਗ ਉਹਨੂੰ ਜੋੜਨਾ ਹੈ ਤੇ ਜੇ ਕੱਟੇ ਅੰਗ ਨੂੰ ਜੋੜਨਾ ਤੇ ਤੁਹਾਨੂੰ 24 ਘੰਟੇ ਇੱਕ ਬੰਦਾ ਚਾਹੀਦਾ ਨਾ, ਤੇ ਇੱਕ ਬੰਦੇ ਦੇ ਨਾਲ ਤਾਂ ਨਹੀਂ ਤੁਸੀਂ ਕਰ ਸਕਦੇ। ਸੋ ਉਹ ਮੈਂ ਗਵਰਨਮੈਂਟ ਨੂੰ ਇਹ ਦਰਖਾਸਤ ਕਰਨਾ ਚਾਹਾਂਗਾ ਕਿ ਪਲਾਸਟਿਕ ਸਰਜਰੀ ਡਿਪਾਰਟਮੈਂਟਸ ਜਿਹੜੇ ਹੈ ਗਵਰਨਮੈਂਟ ਹਸਪਤਾਲਾਂ ਦੇ ਵਿੱਚ ਉਹ ਅਪਗ੍ਰੇਡ ਕੀਤੇ ਜਾਣ। ਜ਼ਿਆਦਾਤਰ ਜਿਹੜੇ ਗਵਰਨਮੈਂਟ ਹਸਪੀਟਲਸ ਹੈ ਔਰ ਖਾਸ ਕਰ ਈਵਨ ਮੈਡੀਕਲ ਕਾਲਜਸ ਦੇ ਵਿੱਚ ਜਿਹੜੇ ਡਿਪਾਰਟਮੈਂਟਸ ਹੈ ਉਹ ਬਹੁਤ ਹੀ ਇਨਐਡਿਕੁਏਟ ਹੈ ਐਂਡ ਦੇ ਆਰ ਅਨਏਬਲ ਟੂ ਹੈਂਡਲ। ਈਵਨ ਜਿਹੜੇ ਡਿਪਾਰਟਮੈਂਟਸ ਜਿਹੜੇ ਹੈ ਜਿਨ੍ਹਾਂ 'ਚ ਸਫੀਸ਼ੀਐਂਟ ਮੈਨ ਪਾਵਰ ਵੀ ਹੈਗੀ ਹੈ, ਸਫੀਸ਼ੀਐਂਟ ਜਿਹੜੇ ਹੈ ਉਹ ਨੰਬਰ ਆਫ ਪਲਾਸਟਿਕ ਸਰਜਨਸ ਵੀ ਹੈਗੇ ਹੈ, ਉਹਨਾਂ ਕੋਲ ਆਪਰੇਟਿੰਗ ਫੈਸਿਲਿਟੀਜ਼ ਨਹੀਂ ਹੈਗੀਆਂ। ਮੈਂ ਆਪ ਜਿਹੜਾ ਸਰਕਾਰੀ ਮੈਡੀਕਲ ਕਾਲਜ ਦੇ ਵਿੱਚ ਕੰਮ ਕੀਤਾ 8 ਸਾਲ ਵਾਸਤੇ ਤੇ ਸਾਡੇ ਕੋਲ ਮੈਨ ਪਾਵਰ ਹੋਣ ਦੇ ਬਾਵਜੂਦ ਵੀ ਅਸੀਂ ਕਈ ਚੀਜ਼ਾਂ ਨਹੀਂ ਕਰ ਪਾਉਂਦੇ ਸੀ ਕਿਉਂਕਿ ਦੇਰ ਆਰ ਇਨਐਡਿਕੁਏਟ ਫੈਸਿਲਿਟੀਜ਼। ਤੁਹਾਨੂੰ OT ਟਾਈਮ ਜਿਹੜਾ ਆਪਰੇਸ਼ਨ ਥੀਏਟਰ ਦੇ ਵਿੱਚ ਟੇਬਲਸ ਅਵੇਲੇਬਲ ਨਹੀਂ ਹੈ, ਆਪਰੇਸ਼ਨ ਟਾਈਮ ਅਵੇਲੇਬਲ ਨਹੀਂ ਹੈ, ਜਿਹੜੇ ਤੁਹਾਨੂੰ ਉਪਕਰਨ ਚਾਹੀਦੇ ਆ ਜਿਹੜੇ ਉਹ ਨਹੀਂ ਮਿਲਦੇ ਟਾਈਮ ਸਿਰ। ਸੋ ਮਤਲਬ ਗਵਰਨਮੈਂਟ ਨੂੰ ਪਲਾਸਟਿਕ ਸਰਜਰੀ ਸਰਵਿਸਿਜ਼ ਨੂੰ ਗਵਰਨਮੈਂਟ ਹਸਪਤਾਲ ਦੇ ਵਿੱਚ ਅਪਗ੍ਰੇਡ ਕਰਨ ਦੀ ਬਹੁਤ ਜ਼ਰੂਰਤ ਹੈ। ਉਹਦੀਆਂ ਪੋਸਟ ਜਿਹੜੀਆਂ ਹੋਰ ਕ੍ਰੀਏਟ ਹੋਣੀਆਂ ਚਾਹੀਦੀਆਂ ਤਾਂ ਕਿ ਇੰਨੇ ਕੁ ਪਲਾਸਟਿਕ ਸਰਜਨ ਹੋਣ ਇੱਕ ਡਿਪਾਰਟਮੈਂਟ ਦੇ ਵਿੱਚ ਵੀ ਜੇ ਅਸੀਂ 24 ਘੰਟੇ ਸਰਵਿਸਿਜ਼ ਦੇਣੀਆਂ ਤੇ ਉਹ ਉਹਨੂੰ ਕਰ ਸਕਣ, ਹਿਊਮਨਲੀ ਪੋਸੀਬਲ ਹੋਵੇ। ਇੱਕ ਬੰਦੇ ਵਾਸਤੇ ਹਿਊਮਨਲੀ ਪੋਸੀਬਲ ਨਹੀਂ ਹੈ।
ਇਸ ਨੂੰ ਡਾਕਟਰ ਰਵੀ ਮਹਾਜਨ ਦੇਖੋ ਅਮਨਦੀਪ ਹਸਪੀਟਲ ਦੇ ਵਿੱਚ ਇਹਨਾਂ ਨੇ ਸ਼ੁਰੂ ਕੀਤਾ ਸੀ ਪਲਾਸਟਿਕ ਸਰਜਰੀ ਡਿਪਾਰਟਮੈਂਟ। ਇੱਕ ਪੂਰਾ ਡਿਪਾਰਟਮੈਂਟ ਇਹਨਾਂ ਦਾ ਕੰਮ ਕਰ ਰਿਹਾ ਹੈ। ਸਾਡੇ ਵੱਲੋਂ ਉਹਨਾਂ ਨੂੰ ਵਧਾਈ ਹੈ, ਕਿਉਂਕਿ ਐਪਸੀਕੌਨ ਐਵੇਂ ਦੀ ਕਾਨਫਰੰਸਿਸ ਜਦੋਂ ਤੁਸੀਂ ਕਰਾਉਂਦੇ ਹੋ ਤੇ ਤੁਹਾਡੇ ਸ਼ਹਿਰ ਦਾ ਨਾਂ ਪੂਰੇ ਵਰਲਡ 'ਚ ਆਉਂਦਾ, ਕਿਉਂਕਿ ਜਿਵੇਂ ਇਹਨਾਂ ਨੇ ਦੱਸਿਆ ਕਿ 13 ਦੇਸ਼ਾਂ ਦੇ ਜਿਹੜੇ ਡਾਕਟਰ ਹੈ ਇੱਥੇ ਆਏ ਹੈ ਤੇ ਆਪਣੀ ਇੱਥੇ ਆ ਕੇ ਉਹਨਾਂ ਨੇ ਸਪੀਚ ਵੀ ਦਿੱਤੀ ਹੈ ਤੇ ਆਪਣੀ ਜਿਹੜੀ ਨੌਲੇਜ ਹੈ ਉਹ ਸ਼ੇਅਰ ਕੀਤੀ ਹੈ, ਤਾਂ ਕਿ ਜਿਹੜੇ ਨਵੇਂ ਡਾਕਟਰ ਹੈ, ਯੁਵਾ ਡਾਕਟਰ ਹੈ, ਉਹਨਾਂ ਨੂੰ ਇਹਦਾ ਫਾਇਦਾ ਮਿਲ ਸਕੇ। ਹੁਣ ਅਸੀਂ ਗੱਲ ਕਰਾਂਗੇ ਅਮਨਦੀਪ ਹਸਪੀਟਲ ਦੇ ਜਿਹੜੇ MD ਨੇ ਡਾਕਟਰ ਅਵਤਾਰ ਸਿੰਘ, ਜਿਨ੍ਹਾਂ ਨੇ ਰੋਬੋਟਿਕ ਸਰਜਰੀ ਦੇ ਵਿੱਚ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਸਾਲਾਂ ਨੇ ਡਾਕਟਰ ਅਵਤਾਰ ਸਿੰਘ ਅਮਨਦੀਪ ਹਸਪੀਟਲ ਦੇ MD ਨੇ ਤੇ ਰੋਬੋਟਿਕ ਸਰਜਰੀ ਦੇ ਵਿੱਚ ਇਹਨਾਂ ਨੇ ਕੀਰਤੀਮਾਨ ਸਥਾਪਿਤ ਕੀਤਾ। ਪਰ ਇਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਐਪਸੀਕੌਨ ਨੂੰ ਲੈ ਕੇ, ਖਾਸ ਕਰਕੇ ਪਲਾਸਟਿਕ ਸਰਜਰੀ। ਡਾਕਟਰ ਸਾਹਿਬ, ਮੈਨੂੰ ਯਾਦ ਹੈ ਤੁਸੀਂ ਜਦੋਂ ਹਸਪੀਟਲ ਬਣਾਇਆ ਸੀ ਤੇ ਡਾਕਟਰ ਰਵੀ ਮਹਾਜਨ ਨਾਲ ਤੁਹਾਡੇ ਬਚਪਨ ਦੇ ਦੋਸਤਾਂ ਨੇ, ਤੁਸੀਂ ਪਹਿਲਾ ਹਸਪੀਟਲ ਸੀਗਾ ਅਮਨਦੀਪ ਜਿੱਥੇ ਕੱਟੇ ਅੰਗ ਜੋੜਨ ਦੀ ਸ਼ੁਰੂਆਤ ਕੀਤੀ ਗਈ ਸੀਗੀ। ਬਿਲਕੁਲ ਜੀ, ਮੈਨੂੰ ਯਾਦ ਹੈ 2001 ਦੇ ਵਿੱਚ ਡਾਕਟਰ ਰਵੀ ਮਹਾਜਨ ਉਹਨਾਂ ਦਿਨਾਂ 'ਚ ਰੋਹਤਕ ਮੈਡੀਕਲ ਕਾਲਜ ਦੇ ਪਲਾਸਟਿਕ ਸਰਜਰੀ ਦੇ ਹੈੱਡ ਸੀ, ਪ੍ਰੋਫੈਸਰ ਸੀਗੇ। ਬੜੀ ਅੱਛੀ ਜੌਬ ਸੀ ਸਰਕਾਰੀ, ਬਹੁਤ ਵਧੀਆ ਕੰਮ ਕਰਦੇ ਸੀ। ਤੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਬਈ ਸਾਡੇ ਸ਼ਹਿਰ ਦੇ ਵਿੱਚ ਮਾਈਕਰੋਵਾਸਕੂਲਰ ਸਰਜਰੀ ਔਰ ਪਲਾਸਟਿਕ ਸਰਜਰੀ ਦੀ ਬਹੁਤ ਜ਼ਿਆਦਾ ਲੋੜ ਹੈ, ਕਿਉਂਕਿ ਮੇਰੀ ਪ੍ਰੈਕਟਿਸ 'ਚ ਮੈਂ ਦੇਖਿਆ ਸੀ ਜਿਹੜੇ ਕੱਟੇ ਹੋਏ ਅੰਗ ਆ ਜਾਣੇ ਜਾਂ ਕੁਚਲੇ ਹੋਏ ਅੰਗ ਆ ਜਾਣੇ ਨਾ, ਉਹਨਾਂ ਨੂੰ ਭੰਡਾਰੀ ਸਾਹਿਬ ਸਾਨੂੰ ਲੁਧਿਆਣੇ ਭੇਜਣਾ ਪੈਂਦਾ ਸੀ। ਉੱਥੇ ਬਹੁਤ ਵੱਡਾ ਹਸਪੀਟਲ CMC ਜਿੱਥੇ ਉਹ ਕੰਮ ਕਰਦੇ ਸੀ ਇਹ। ਪਰ ਹੁੰਦਾ ਕੀ ਸੀ ਕਿ ਇੱਥੋਂ ਉੱਥੇ ਜਾਣ 'ਚ ਉਦੋਂ 5 ਘੰਟੇ ਦਾ ਸਮਾਂ ਲੰਘ ਜਾਂਦਾ ਸੀ। ਸੋ ਜਦੋਂ ਤੁਸੀਂ ਇੰਨੀ ਦੇਰ ਬਾਅਦ ਉੱਥੇ ਪਹੁੰਚਦੇ ਹੋ, ਬਹੁਤਿਆਂ ਨੂੰ ਉੱਥੋਂ ਜਵਾਬ ਮਿਲ ਜਾਂਦਾ ਸੀ ਵੀ ਤੁਸੀਂ ਲੇਟ ਹੋ ਗਏ ਹੋ ਅਤੇ ਤੁਸੀਂ ਵਾਪਸ ਚਲੇ ਜਾਓ, ਤੁਹਾਡਾ ਕੰਮ ਨਹੀਂ ਹੋ ਸਕਦਾ। ਸੋ ਉਹਦੇ ਨਾਲ ਮਨ ਨੂੰ ਬੜਾ ਦੁੱਖ ਵੀ ਹੁੰਦਾ ਸੀ। ਮੈਂ ਇੱਕ ਐਗਜ਼ਾਮਪਲ ਦੇਣਾ, ਉਹਨਾਂ ਦਿਨਾਂ 'ਚ ਮੇਰੇ ਦੋਸਤ ਹੁੰਦੇ ਸੀ ਡਾਕਟਰ ਅਮਰਦੀਪ ਸਿੰਘ। ਉਹਨਾਂ ਦੇ ਫਾਦਰ ਜਿਹੜੇ ਸੀ ਉਹ ਇੱਕ ਬੈਂਕ ਦੇ ਵਿੱਚ ਕਲਰਕ ਸੀਗੇ ਅਤੇ ਉਹ ਪੈਸੇ ਡਿਸਟਰੀਬਿਊਟ ਕਰਦੇ ਸੀ ਬਾਰੀ ਥਾਣੀ ਬਾਹਰ ਹੱਥ ਕੱਢ ਕੇ। ਲੁਟੇਰੇ ਆਏ, ਉਹਨਾਂ ਨੇ ਬਾਂਹ ਬਾਹਰ ਕੱਢੀ ਪੈਸਿਆਂ ਵਾਲੀ ਅਤੇ ਉਹਨਾਂ ਨੇ ਝਟਕਾਤੀ ਕਿਰਪਾਨ ਦੇ ਨਾਲ। ਸੋ ਉਦੋਂ ਤੋਂ ਉਹ ਹੈਂਡੀਕੈਪ ਨੇ। ਸੋ ਮੇਰੇ ਮਨ 'ਚ ਹਮੇਸ਼ਾ ਰਿਹਾ ਕਿ ਇਹ ਸਰਵਿਸਿਜ਼ ਸਾਡੇ ਸ਼ਹਿਰ 'ਚ ਹੋਣ। ਗੁਰੂਆਂ ਦਾ ਸ਼ਹਿਰ ਹੈ, ਇੱਥੇ ਪੈਦਾ ਹੋਏ ਆ, ਸੋ ਵੀ ਨੀਡ ਟੂ ਡੂ ਥੀਸ ਥਿੰਗਸ। ਮੈਂ ਰਵੀ ਨੂੰ ਰਿਕੁਐਸਟ ਕੀਤੀ, ਇਹਨਾਂ ਨੇ ਵਿਦਨ ਅ ਵੀਕ ਆਪਣੀ ਜੌਬ ਛੱਡ ਕੇ ਅਤੇ ਅੰਮ੍ਰਿਤਸਰ ਦੇ ਵਿੱਚ ਸਾਨੂੰ ਜੁਆਇਨ ਕਰ ਲਿਆ। ਐਂਡ ਮੈਂ ਦੇਖਿਆ ਕਿ ਜਦੋਂ ਦੀ ਪਲਾਸਟਿਕ ਸਰਜਰੀ ਦਾ ਔਰ ਆਰਥੋਪੈਡਿਕ ਦਾ ਅਸੀਂ ਕੰਬੀਨੇਸ਼ਨ ਬਣਾਇਆ, ਸਾਡੇ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ। ਹਸਪੀਟਲ ਨੂੰ ਤਾਂ ਚਲੋ ਫਾਇਦਾ ਹੋਣਾ ਹੀ ਹੁੰਦਾ ਡਾਇਰੈਕਟਲੀ ਇਨਡਾਇਰੈਕਟਲੀ, ਬਟ ਜੋ ਮਰੀਜ਼ਾਂ ਨੂੰ ਫਾਇਦਾ ਹੋਇਆ, ਕੋਈ ਕੱਟਿਆ ਹੋਇਆ ਅੰਗ ਸਾਨੂੰ ਇੱਥੋਂ ਨਹੀਂ ਸੀ ਭੇਜਣਾ ਪੈਂਦਾ। ਔਰ ਹੌਲੀ ਹੌਲੀ ਪਰਮਾਤਮਾ ਨੇ ਇੰਨੀ ਕਿਰਪਾ ਕੀਤੀ ਇਸ ਸ਼ਹਿਰ 'ਤੇ ਕਿ ਅੱਜ ਅੰਮ੍ਰਿਤਸਰ ਦੇ ਵਿੱਚ ਹੋਰ ਵੀ ਪਲਾਸਟਿਕ ਸਰਜਨ ਆ ਗਏ ਔਰ ਬਹੁਤ ਦੂਰ ਦੂਰ ਤੋਂ ਮਰੀਜ਼ ਜਿਹੜੇ ਨੇ ਉਹ ਸਾਡੇ ਸ਼ਹਿਰ 'ਚ ਆਉਂਦੇ ਨੇ। ਸ਼੍ਰੀਨਗਰ ਤੋਂ, ਇੱਧਰੋਂ ਗੰਗਾ ਨਗਰ ਤੋਂ, ਜਲੰਧਰ ਤੋਂ, ਫਰੋਮ ਆਲ ਓਵਰ ਨਾਰਥ ਇੰਡੀਆ। ਜਿਹਨੂੰ ਵੀ ਚੰਗੀ ਪਲਾਸਟਿਕ ਸਰਜਰੀ ਦੀ ਲੋੜ ਹੁੰਦੀ ਹੈ ਨਾ, ਉਹ ਆਪਣੇ ਸ਼ਹਿਰ 'ਚ ਆਉਂਦਾ। ਸੋ ਤੇ ਡਾਕਟਰ ਸਾਹਿਬ ਦੇਖੋ, ਇਹੋ ਜਿਹੀ ਕਾਨਫਰੰਸ ਦੇਖੋ ਕਰਾਈ ਹੈ ਤੁਸੀਂ, ਮੇਰਾ ਖਿਆਲ ਪਹਿਲੀ ਵਾਰੀ ਅੰਮ੍ਰਿਤਸਰ 'ਚ ਇਹ ਵਾਲੀ ਕਾਨਫਰੰਸ ਕੁਝ ਪਲਾਸਟਿਕ ਸਰਜਰੀ ਦੀ ਪਹਿਲੀ ਵਾਰੀ ਹੋ ਰਹੀ ਹੈ। ਅਤੇ ਤੁਹਾਨੂੰ ਕੀ ਲੱਗਦਾ ਡਾਕਟਰ ਸਾਹਿਬ, ਇਹਦੇ ਨਾਲ ਇੱਕ ਤਾਂ ਦੇਖੋ ਅੰਮ੍ਰਿਤਸਰ ਜਿਹੜਾ ਹੈ ਉਹ ਆ ਜਾਂਦਾ ਹੈ ਵਰਲਡ ਦੇ ਮੈਪ 'ਤੇ ਆ ਜਾਂਦਾ, ਇਸ ਤੋਂ ਇਲਾਵਾ ਹੋਰ ਕਿਆ ਫਾਇਦੇ ਹੁੰਦੇ? ਦੇਖੋ, ਕਿਸੇ ਵੀ ਸ਼ਹਿਰ ਦੇ ਵਿੱਚ ਜਦੋਂ ਅੱਛੀ ਲੈਵਲ ਦੀ ਕਾਨਫਰੰਸ ਜਿਹੜੀ ਹੁੰਦੀ ਹੈ ਨਾ, ਜਿਸ ਤਰ੍ਹਾਂ ਦਿਸ ਇਜ਼ ਵਨ ਆਫ ਦੈਟ, ਪਲਾਸਟਿਕ ਸਰਜਰੀ ਐਸੋਸੀਏਸ਼ਨ ਇੰਡੀਆ ਜਿਹਦੇ ਪ੍ਰਧਾਨ ਡਾਕਟਰ ਰਵੀ ਕੁਮਾਰ ਨੇ, ਅਗੇਨ ਤਕਰੀਬਨ 2000 ਮੈਂਬਰ ਹੈ ਉਹਨਾਂ ਦੇ। ਸੋ ਹੁਣ ਫੋਰ ਐਗਜ਼ਾਮਪਲ ਇੱਥੇ 1000 ਪਲਾਸਟਿਕ ਸਰਜਨ ਆਏ, ਦੈਟ ਮੀਨਸ 2000 ਬੰਦਾ ਆ ਗਿਆ ਜੀ, ਸਾਰੇ ਕੰਟਰੀ 'ਚੋਂ ਆ ਗਿਆ ਅਤੇ ਸਾਰੇ ਵਰਲਡ 'ਚੋਂ ਵੀ 30-40 ਡਾਕਟਰ ਆਏ ਨੇ। ਇੱਕ ਤਾਂ ਸ਼ਹਿਰ ਦਾ ਨਾਮ ਬੜਾ ਉੱਚਾ ਹੁੰਦਾ ਜੀ, ਦੂਸਰਾ ਸਾਡੀ ਬਾਕੀ ਸਾਰੀ ਇੰਡਸਟਰੀਜ਼ ਨੂੰ ਬਹੁਤ ਫਾਇਦਾ ਹੁੰਦਾ। ਜਿਹੜਾ ਟੂਰਿਸਟ ਇੱਥੇ 5 ਦਿਨ ਰਹੂਗਾ, ਦੇਰ ਆਲਸੋ ਟੂਰਿਸਟ ਆਲਸੋ। ਹੋਟਲਸ ਦੇ ਵਿੱਚ ਆਕੂਪੈਂਸੀ ਆਲਮੋਸਟ ਤੁਸੀਂ ਅੱਜ ਜਾਓਗੇ ਤਾਂ 100%। ਮੈਨੂੰ ਯਾਦ ਹੈ ਕਿਸੇ ਨੇ 1 ਮਹੀਨਾ ਪਹਿਲਾਂ ਵੀ ਅੱਜ ਕਮਰੇ ਬੁੱਕ ਕਰਾਣੇ ਸੀ, ਕਮਰੇ ਨਹੀਂ ਮਿਲੇ। ਸੋ ਹਰ ਇੱਕ ਕਿਤੇ ਨੂੰ ਫਾਇਦਾ ਹੁੰਦਾ ਜਦੋਂ ਕਿਤੇ ਪਲਾਸਟਿਕ ਸਰਜਰੀ ਹੁੰਦੀ ਹੈ। ਹਜੇ ਤਾਂ ਸਾਡੇ ਸ਼ਹਿਰ ਦੇ ਵਿੱਚ ਉਸ ਵੱਡੇ ਸਾਈਜ਼ ਦੇ ਹੋਟਲ ਨਹੀਂ ਹੈਗੇ ਜਿੱਥੇ ਇਹੋ ਜਿਹੀਆਂ ਐਸੋਸੀਏਸ਼ਨਸ ਦੀ ਕਾਨਫਰੰਸਿਸ ਹੋਵੇ। ਸੋ ਫॉर दैट ਮੈਂ ਡਾਕਟਰ ਸੰਧੂ ਜਿਹੜੇ ਸਾਡੇ ਵਾਈਸ ਚਾਂਸਲਰ ਨੇ, ਜਸਪਾਲ ਸੰਧੂ, ਮੈਂ ਉਹਨਾਂ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਹੀ ਇਜ਼ ਅ ਫਰੈਂਡ ਆਲਸੋ। ਵੀ ਆਰ ਗ੍ਰੇਟਫੁਲ ਟੂ ਹਿਮ ਕਿ ਉਹਨਾਂ ਨੇ ਇੰਨਾ ਵਧੀਆ ਇਨਫਰਾਸਟਰਕਚਰ ਕ੍ਰੀਏਟ ਕਰਤਾ ਕਿ ਇੱਥੇ 3000-4000 ਬੰਦੇ ਦੀ ਕਾਨਫਰੰਸ ਜਿਹੜੀ ਆ ਨਾ ਉਹ ਹੋ ਸਕਦੀ ਹੈ। ਸੋ ਇਹ ਕਾਨਫਰੰਸ ਸਾਡੀ ਇੱਥੇ 5 ਦਿਨ ਚੱਲੂਗੀ। ਤਕਰੀਬਨ ਮਹੀਨੇ ਕੁ ਬਾਅਦ ਇੱਥੇ ਆਰਥੋਪੈਡਿਕ ਸਰਜਰੀ ਦੀ ਕਾਨਫਰੰਸ ਵੀ ਹੋ ਰਹੀ ਹੈ। ਸੋ ਜੇ ਇਹੋ ਜਿਹੀਆਂ ਕਾਨਫਰੰਸਿਸ ਤੁਹਾਡੇ ਸ਼ਹਿਰ 'ਚ ਆਈ ਜਾਣ, ਐਂਡ ਇਮੈਜਨ, ਉਹ ਇੱਕ ਤਾਂ ਤੁਹਾਡੇ ਮਰੀਜ਼ਾਂ ਨੂੰ ਫਾਇਦਾ ਹੋਣਾ, ਇੱਕ ਤੁਹਾਡੇ ਡਾਕਟਰਸ ਨੂੰ ਫਾਇਦਾ ਹੋਣਾ, ਉਹਨਾਂ ਦੇ ਸਕਿੱਲਸ ਅਪਗ੍ਰੇਡ ਹੋਣੇ ਆ, ਉਹਦੇ ਨਾਲ ਨਾਲ ਤੁਹਾਡੀ ਬਾਕੀ ਇੰਡਸਟਰੀ ਨੂੰ ਵੀ ਜਿਹੜਾ ਨਾ ਉਹ ਬਹੁਤ ਫਾਇਦਾ ਹੁੰਦਾ।
ਇਸ ਨੂੰ ਡਾਕਟਰ ਅਵਤਾਰ ਸਿੰਘ ਤੁਹਾਨੂੰ ਇਹ ਦੱਸ ਦਈਏ ਇਹਨਾਂ ਦੀ ਖਾਸੀਅਤ ਕੀ ਹੈ। ਇਹ ਪਹਿਲੇ ਪੰਜਾਬੀ ਕਹਿ ਲਈਏ ਹੈਗੇ ਨੇ ਕਿ ਜਿਨ੍ਹਾਂ ਨੇ ਰੋਬੋਟਿਕ ਸਰਜਰੀ ਤੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਸਾਡੇ ਵੱਲੋਂ ਅਮਨਦੀਪ ਹਸਪੀਟਲ ਆਫ ਗਰੁੱਪਸ ਨੂੰ, ਅਵਤਾਰ ਸਿੰਘ ਨੂੰ, ਉਹਨਾਂ ਦੀ ਪੂਰੀ ਟੀਮ ਨੂੰ ਬਹੁਤ ਬਹੁਤ ਵਧਾਈ ਹੈ। ਹੋਰ ਵੀ ਇੱਥੇ ਕੁਝ ਲੋਕ ਆਏ ਨੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ। हमारे साथ हैं डॉक्टर गिरधर ज्ञानी, ये एसोसिएशन है, ये डायरेक्टर हैं एसोसिएशन ऑफ हेल्थ केयर प्रोवाइडर्स के। डॉक्टर साहब, आज इस कॉन्फ्रेंस में आप शामिल होने के लिए आए हैं, थोड़ा बताइएगा भी ये देखिए इस तरह की कॉन्फ्रेंसेस का क्या फ़ायदा होता है। देखिए, मैं आपको ये बता सकता हूँ कि भारत में इस समय हेल्थ केयर का बहुत ही उत्थान जिसको हम कहते हैं उस दिशा में हम लोग जा रहे हैं। हमारे पास जैसे एक 1.7 बेड है इस समय पर 1000 पॉपुलेशन, हमको चाहिए 3.5, मतलब हमें डबल द नंबर ऑफ बेड्स करने हैं। और इसका जो सबसे बड़ा इनिशिएटिव लिया गया है भारत सरकार द्वारा वो है एक आयुष्मान भारत, जिसमें 40% पॉपुलेशन को इंश्योरेंस द्वारा फ्री हेल्थ केयर प्रोवाइड की जा रही है। इससे ज़्यादा इम्पॉर्टेंट जो एक निकला है अभी डिजिटल हेल्थ मिशन, जिसके तहत सारे पेशेंट्स का आप समझ लीजिए हम लोग वो डिजिटल डेटा जनरेट कर रहे हैं, सारे डॉक्टर्स का कर रहे हैं, सारे हॉस्पिटल्स का कर रहे हैं। तो ये सबको देखते हुए ये जो कॉन्फ्रेंस है इसका बहुत ही महत्व है। और सबसे ज़्यादा इम्पॉर्टेंट चीज़ है कि इसमें हम सब जो सर्जन्स आते हैं उनकी आपस में नेटवर्किंग होती है, लर्निंग होती है, केस स्टडीज़ डिस्कस होती हैं, और इस तरह से इसका बड़ा महत्व। बताया कि अभी बेड्स बनाने हैं, तो अभी पर 1000 के पीछे कितने डॉक्टर्स हैं और कितने की रिक्वायरमेंट है? हमें जो है इस समय देखिए, हालांकि 13 लाख डॉक्टर हैं हमारे पास, इसका मतलब एक डॉक्टर पर 1000 है। लेकिन प्रॉब्लम यह है कि ये डॉक्टर्स हम MBBS को काउंट करते हैं, जबकि हमें आजकल जो डॉक्टर चाहिए वो है स्पेशलिस्ट डॉक्टर चाहिए, MD या MS है। वो करीब करीब हमारा जो रेशो आ रहा है 0.75 आ रहा है, तो हमें अभी 0.25 का गैप है। एजुकेशन बहुत महंगा। मैं आज ही पढ़ रहा था, एक अखबार में छपा है कि बच्चे MBBS तो ये नीट का एग्ज़ाम क्लियर कर जाते हैं, लेकिन उनके पास कुछ के पास पैसा नहीं होता देने के लिए। एक्चुअली ये समस्या इसलिए आ रही है कि जैसे मान लीजिए हम पंजाब का केस लेते हैं, तो हमारे पास जो MBBS सीटें हैं वो 1600 हैं, लेकिन जो PG सीट्स हैं, पोस्ट ग्रेजुएट्स, वो है सिर्फ 700। तो अब MBBS को PG करना तो बड़ा ज़रूरी होता है, और वो शॉर्टेज की वजह से जो है वो फ़ीस आपकी बढ़ जाती है। तो हमें जो है ये PG सीट बढ़ानी है और दिशा में कार्य हो रहा है। हमारे साथ हैं डॉक्टर राजीव आहूजा। आपको बता देंगे ये प्लास्टिक सर्जन्स ऑफ इंडिया के एक्स प्रेसिडेंट रह चुके हैं और इस समय गंगाराम हॉस्पिटल में अपनी सेवाएं दे रहे हैं। डॉक्टर साहब नमस्कार जी। नमस्कार जी। प्लास्टिक सर्जरी का एक बहुत बड़ा महाकुंभ अगर कहा जाए यहाँ अमृतसर में शुरू हुआ है, तो इसमें आप क्या समझते हैं कि इसका देखिए फ़ायदा क्या होगा युवा जनरेशन को, और प्लास्टिक सर्जरी ने कितनी तरक्की करी है? मैं प्लास्टिक सर्जरी में पिछले 40 साल से हूँ, और जब हम प्लास्टिक सर्जरी के अंदर आए थे तो इतनी कम अंडरस्टैंडिंग थी लोगों की प्लास्टिक सर्जरी के अंदर, और धीरे धीरे ये फील्ड जो है बढ़ती गई है। हमारे प्रेसिडेंट कंट्री के हर क्षेत्र से आते हैं, और प्रेसिडेंट का दायित्व होता है कि कॉन्फ्रेंस उसको अपने शहर में करानी है। तो जब कॉन्फ्रेंस सारी इंडिया में ऑल ओवर कंट्रीज़ में घूमती है तो उससे लोकल अवेयरनेस बहुत जागती है। लोगों को जो वहाँ के स्टूडेंट्स और छात्र और ये सब होते हैं उनको उत्साहित होता है कि भाई प्लास्टिक सर्जरी कोई फील्ड है जिसको हम चूज़ करें। और प्लास्टिक सर्जरी एक ऐसी फील्ड है जिसका कि कोई अंग नहीं है। जैसे कार्डियक का तो हार्ट है, किडनी वाले अंग है, यूरोलॉजी ऐसे है, गायनी का एक अंग है। प्लास्टिक सर्जरी का कोई अंग नहीं, हम हेड से टो सारा काम करते हैं। जितनी सर्जिकल स्पेशलिटीज़ हैं सबको हमारी मदद चाहिए। कुछ लोग अभी भी समझते हैं कि प्लास्टिक सर्जरी का मतलब है कॉस्मेटिक सर्जरी, भी आपने झुर्रियाँ ठीक करानी हैं, तो इसमें वाकई उसमें रोल है या ये एक अलग ब्रांच है? प्लास्टिक सर्जरी के अंदर कई ब्रांचेज़ हैं। कंजेनिटल डिफॉर्मिटीज़ हैं, बर्न्स हैं, मैक्सिलोफेशियल इंजरीज़ हैं, हैंड सर्जरी है, क्रेनियोफेशियल सर्जरी है, उसमें एक छोटा अंग कॉस्मेटिक सर्जरी भी है। तो क्योंकि कॉस्मेटिक सर्जरी ग्लैमर से रिलेटेड है, पैसे वाले लोग कराते हैं, इश्तिहार दिए जाते हैं, इसीलिए लोगों को कॉस्मेटिक के बारे में पता चलता है। अभी हमने पिछले कुछ सालों से प्लास्टिक सर्जरी ने एसोसिएशन ने दायित्व उठाया है कि पब्लिक अवेयरनेस करनी है। 15 जुलाई को प्लास्टिक सर्जरी डे, नेशनल डे मनाया जाता है, जो कि अब इंटरनेशनल ने अडॉप्ट कर लिया है। इस बारी हमने फर्स्ट टाइम
दिल्ली के अंदर बहुत बड़ा कार्यक्रम किया जिसमें पास्ट प्रेसिडेंट्स ने लेक्चर्स दिए और पूरा जूम पे और इधर उधर। अच्छा डॉक्टर साहब, मैं चाहूँगा अगर सरल शब्दों में अगर कहा जाए, दर्शकों को हम बताना है बेसिकली प्लास्टिक सर्जरी का महत्व क्या है, तो क्या आप देखिए एकेडमिक सेशन हो रहा है, आप युवाओं को ट्रेनिंग भी दे रहे हैं, बहुत सारी वर्कशॉप्स भी लगी हैं, तो क्या मतलब दर्शकों को या हम जो पेशेंट्स हैं उनको क्या बताना चाहते हैं? ऐसा है कि सबसे पहली बात, प्लास्टिक सर्जरी और कॉस्मेटिक सर्जरी सेम नहीं है। प्लास्टिक सर्जरी का एक बहुत छोटा अंग है कॉस्मेटिक सर्जरी। दूसरी बात, जो भी किसी सर्जिकल स्पेशलिटी की मुश्किलात है वो प्लास्टिक सर्जरी हल करता है। अगर कोई ज़ख्म ठीक नहीं हो रहा किसी सर्जन से, वो प्लास्टिक सर्जन करता है। कोई जले हुए का इलाज करना है, वो प्लास्टिक सर्जरी करता है। चेहरे की हड्डियाँ टूट जाएं तो वो प्लास्टिक सर्जन करता है। एसिड अटैक्स बहुत होने लगे थे, उन जो चीज़ हैं उनका ट्रीटमेंट देखिए, जो भगवान ने बनाया वो तो नहीं बनाया जा सकता, लेकिन उसमें प्लास्टिक सर्जरी कितनी हेल्पफुल है? सब प्लास्टिक सर्जरी का ही रोल है एसिड बर्न्स के अंदर। एसिड बर्न्स ट्रीट सिर्फ प्लास्टिक सर्जन ही करते हैं और कोई करता ही नहीं है। और उसमें जितने भी विकलांग हो जाते हैं, कुछ हो जाते हैं, तो वो सब प्लास्टिक सर्जरी से उनका फंक्शन, कॉस्मेटिक नहीं, फंक्शन वापस लाया जा सकता है। धन्यवाद। ये थे देखिए राजीव आहूजा, उन्होंने बड़ी अच्छी बात बताई है कि प्लास्टिक सर्जन वो काम करते हैं जो बाकी की जो डॉक्टर जगत है नहीं करता। पैर के अंगूठे से लेके सर के बाल तक ये काम करते हैं। कहीं भी कुछ अंग कट जाता है या कहीं कुछ क्रश हो जाती है कहीं दुर्घटना में, तो ये इलाज इनका करिए। देखिए हमारी तरफ से आपको बहुत सारी शुभकामनाएं। ਤੁਸੀਂ ਵੇਖ ਸਕਦੇ ਹੋ ਕਿ ਦੂਰ ਸ਼ਹਿਰਾਂ ਤੋਂ ਦੂਸਰੇ ਦੇਸ਼ਾਂ ਤੋਂ ਵੀ ਇੱਥੇ ਡਾਕਟਰ ਆਏ ਸਨ। ਅੰਮ੍ਰਿਤਸਰ ਦੇ ਵਿੱਚ ਐਪਸੀਕੌਨ ਪਹਿਲੀ ਵਾਰੀ ਇਹ ਕਾਨਫਰੰਸ ਅੰਮ੍ਰਿਤਸਰ 'ਚ ਹੋ ਰਹੀ ਹੈ। ਕਰੀਬ 40-42 ਸਾਲ ਪਹਿਲਾਂ ਇਹ ਕਾਨਫਰੰਸ ਪਟਿਆਲਾ ਦੇ ਵਿੱਚ ਹੋਈ ਸੀ। ਇਹ ਦੇਖੋ ਖੁਸ਼ਕਿਸਮਤੀ ਹੈ ਕਿ ਐਵੇਂ ਦੀਆਂ ਕਾਨਫਰੰਸਿਸ ਇੱਥੇ ਹੋ ਰਹੀਆਂ। ਨਵੇਂ ਜਿਹੜੇ ਡਾਕਟਰ ਹੈ, ਨਵੇਂ ਯੰਗ ਯੂਥ ਜਿਹੜੇ ਹਜੇ ਇਹਨਾਂ ਨੇ ਸਰਵ ਕਰਨਾ ਹੈ, ਉਹਨਾਂ ਨੂੰ ਇਹਨਾਂ ਕਾਨਫਰੰਸਿਸ ਦਾ ਬਹੁਤ ਫਾਇਦਾ ਹੁੰਦਾ ਹੈ। ਅੰਮ੍ਰਿਤਸਰ ਤੋਂ D4 ਨਿਊਜ਼ ਦੀ ਦੀਪਕ ਭੰਡਾਰੀ ਦੀ ਖਾਸ ਰਿਪੋਰਟ।